ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਵਰਨਬੀਰ ਸਿੰਘ ਆਪ ਸਾਰੇ ਜੀ ਦਾ ਇੱਕ ਵਾਰੀ ਫੇਰ 5K ਬ੍ਰਾਡਕਾਸਟਿੰਗ ਦੇ ਵਿੱਚ ਵੈਲਕਮ ਕਰਦਾ ਹਾਂ। ਅੱਜ ਅਸੀਂ ਪਿਛਲੇ ਪ੍ਰੋਗਰਾਮ ਨੂੰ ਯਾਨੀ ਕਿ ਰਹਿਤ ਮਰਿਆਦਾ ਦਾ ਜਿਹੜਾ ਪ੍ਰੋਗਰਾਮ ਅਸੀਂ ਵੀਰ ਕੰਵਲਪਾਲ ਸਿੰਘ ਨਾਲ ਸ਼ੁਰੂ ਕੀਤਾ ਸੀਗਾ ਕਿ ਰਹਿਤ ਮਰਿਆਦਾ ਕਿੱਥੇ ਠੀਕ ਤੇ ਕਿੱਥੇ ਗਲਤ, ਉਹਦੇ ਵਿੱਚ ਕੀ ਠੀਕ ਹੈ ਕੀ ਗਲਤ ਹੈ, ਇਸ ਸਾਰੀ ਗੱਲਾਂ ਤੇ ਅਸੀਂ ਵਿਚਾਰ ਕਰ ਰਹੇ ਸੀਗੇ। ਪਿਛਲੇ ਪ੍ਰੋਗਰਾਮ ਤੋਂ ਬਾਅਦ ਸਾਨੂੰ ਸਾਡੇ ਦਰਸ਼ਕਾਂ ਨੇ ਕੁਝ ਕੁ ਸਵਾਲ ਭੇਜੇ ਸਨ। ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹਨਾਂ ਸਵਾਲਾਂ ਦੇ ਉੱਤੇ ਹੀ ਚਰਚਾ ਕਰੀਏ ਤੇ ਉਸ ਤੋਂ ਬਾਅਦ ਅਸੀਂ ਇਸ ਤੋਂ ਅੱਗੇ ਜਾਈਏ। ਸਭ ਤੋਂ ਪਹਿਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਵੀਰ ਕੰਵਲਪਾਲ ਸਿੰਘ ਦਾ ਵੈਲਕਮ ਕਰਦੇ ਹਾਂ। ਵੀਰ ਕੰਵਲਪਾਲ ਸਿੰਘ ਜੀ, ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਸੀਂ ਪ੍ਰੋਗਰਾਮ ਜਿਹੜਾ ਪਿਛਲਾ ਕੀਤਾ ਸੀਗਾ ਉਹਦੇ ਤੁਸੀਂ ਸਵਾਲ ਜਵਾਬ ਤੁਹਾਡੇ ਕੋਲ ਵੀ ਭੇਜੇ ਸਨ ਔਰ ਤੁਸੀਂ ਪੜ੍ਹੇ ਵੀ ਹੋਣਗੇ ਕਿ ਕੁਝ ਦਰਸ਼ਕਾਂ ਨੇ ਜਿਹੜੇ ਸਵਾਲ ਕੀਤੇ ਸਨ। ਸਪੈਸ਼ਲੀ ਸਵਾਲ ਸੀਗਾ ਡੈਫੀਨੇਸ਼ਨ ਨੂੰ ਲੈ ਕੇ ਕਿ ਡੈਫੀਨੇਸ਼ਨ ਹੀ ਜਿਹੜੀ ਰਹਿਤ ਮਰਿਆਦਾ ਦੀ ਹੈ ਉਹ ਕਿਤੇ ਨਾ ਕਿਤੇ ਭੰਬਲ ਭੂਸੇ ਦੇ ਵਿੱਚ ਪਾਉਂਦੀ ਹੈ, ਉਹ ਕਿਤੇ ਨਾ ਕਿਤੇ ਅਕੋਰਡਿੰਗ ਦੀ ਜਿਹੜਾ ਸਵਾਲ ਸੀਗਾ ਉਹ ਗੁਰਮਤ ਦੇ ਉਲਟ ਜਾਂਦੀ ਹੈ। ਜਿਹਦੇ ਵਿੱਚ ਗੱਲ ਕੀਤੀ ਗਈ ਹੈ ਕਿ ਸਿੱਖ ਦਸਾਂ ਗੁਰੂਆਂ ਦੀ ਬਾਣੀ, ਜਦੋਂ ਦਸਾਂ ਗੁਰੂਆਂ ਦੀ ਬਾਣੀ ਦੀ ਗੱਲ ਆਉਂਦੀ ਹੈ ਤਾਂ ਜਿਹੜੀ ਦਸ਼ਮ ਪਿਤਾ ਦੇ ਨਾਮ ਤੇ ਜਿਹੜੀ ਬਾਣੀ ਸਾਨੂੰ ਦਿੱਤੀ ਗਈ ਹੈ ਉਹ ਸਾਡੇ ਤੇ ਦਿੱਤੀ ਜਾਂਦੀ ਹੈ ਕਿ ਇਹ ਵੀ ਜਿਹੜੀ ਬਾਣੀ ਹੈ ਉਹ ਸਾਡੇ ਗੁਰੂਆਂ ਦੀ ਬਾਣੀ ਹੈ, ਤਾਂ ਇਹਨੂੰ ਵੀ ਪੜ੍ਹਨਾ ਚਾਹੀਦਾ ਵੇ ਔਰ ਇਹ ਵੀ ਸਾਡੀ ਗੁਰਬਾਣੀ ਦੇ ਤੁਲ ਹੈ। ਅਕੋਰਡਿੰਗ ਟੂ ਰਹਿਤ ਮਰਿਆਦਾ ਇਸ ਪੁਆਇੰਟ ਦੇ ਉੱਤੇ ਕੀ ਗਲਤ ਹੈ ਕੀ ਠੀਕ ਹੈ, ਇਸ ਬਾਰੇ ਤੁਸੀਂ ਆਪਣੇ ਵਿਚਾਰ ਰੱਖੋ ਕਿ ਜਿਹੜੀ ਦਸਾਂ ਗੁਰੂਆਂ ਦੀ ਬਾਣੀ ਹੈ, ਹੁਣ ਅਗਰ ਅਸੀਂ ਗੱਲ ਕਰੀਏ ਤਾਂ 6ਵੇਂ 7ਵੇਂ 8ਵੇਂ ਗੁਰੂ ਦੀ ਬਾਣੀ ਅਗਰ ਦਸਾਂ ਗੁਰੂਆਂ ਦੇ ਵਿੱਚ ਅਸੀਂ ਪਾਈਏ ਤਾਂ ਉਹ ਵੀ ਆ ਜਾਂਦੀ ਹੈ, ਪਰ ਉਹਨਾਂ ਦੀ ਕੋਈ ਬਾਣੀ ਹੈ ਨਹੀਂ, ਨਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਵੀ ਸਾਡੇ ਕੋਲ ਕੋਈ ਬਾਣੀ ਉਹਨਾਂ ਦੇ ਨਾਮ ਹੇਠਾਂ ਨਹੀਂ ਹੈ। ਲੇਕਿਨ ਦਸਮ ਗੁਰੂ ਦੀ ਬਾਣੀ ਦੇ ਨਾਮ ਤੇ ਸਾਨੂੰ ਇੱਕ ਦਸਤਾਵੇਜ਼ ਸਾਨੂੰ ਦਿੱਤਾ ਗਿਆ ਵੇ ਤੇ ਅਸੀਂ ਕਹਿੰਦੇ ਆ ਕਿ ਇਹ ਦਸਮ ਗੁਰੂ ਦੀ ਬਾਣੀ ਹੈ ਤੇ ਇਹਨੂੰ ਇਨਕਲੂਡ ਕੀਤਾ ਜਾਵੇ। ਸੋ ਇਹ ਇੱਕ ਵਿਵਾਦ ਦਾ ਵਿਸ਼ੇ ਹੈ। ਸਭ ਤੋਂ ਪਹਿਲਾਂ ਜਿਹੜਾ ਕਿ ਡੈਫੀਨੇਸ਼ਨ ਤੋਂ ਹੀ ਸ਼ੁਰੂ ਹੁੰਦਾ ਵੇ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਵੀਰ ਜੀ ਦੇਖੋ, ਪਹਿਲੀ ਗੱਲ ਤਾਂ ਸਨ 1936 ਤੋਂ ਲੈ ਕੇ ਸਨ 1945 ਤੱਕ ਜੀ ਇਹ ਜਿਹੜਾ ਹੈ ਇਸ ਨੂੰ ਤਿਆਰ ਕੀਤਾ ਗਿਆ ਤੇ ਨੈਚੁਰਲ ਜੀ ਗੱਲ ਹੈ ਕਿ ਉਸ ਵਕਤ ਦੇ ਸਿੱਖਾਂ ਨੂੰ ਇਹ ਅੱਛੇ ਨਾਲ ਪਤਾ ਹੋਏਗਾ ਕਿ ਕਿਹੜੀ ਕਿਹੜੀ ਕੰਟਰੋਵਰਸੀਜ਼ ਚੱਲ ਰਹੀਆਂ ਨੇ। ਜੀ ਇਸ ਕਰਕੇ ਇੱਥੇ 5 ਪੁਆਇੰਟਸ ਸਿੱਖ ਦੀ ਡੈਫੀਨੇਸ਼ਨ ਵਿੱਚ ਦਿੱਤੇ ਨੇ, ਜੇ ਇਸ ਤੇ ਗੌਰ ਫਰਮਾਈਏ। ਪਹਿਲੀ ਗੱਲ ਤੇ ਸਿੱਖ ਉਹ ਹੈ ਜੋ ਇੱਕ ਅਕਾਲ ਪੁਰਖ ਦੇ ਉੱਤੇ ਆਪਣਾ ਨਿਸ਼ਚਾ ਰੱਖਦਾ ਹੈ, ਇਹ ਪਹਿਲੀ ਕੰਡੀਸ਼ਨ ਹੈ। ਹੁਣ ਕਈ ਵਿਅਕਤੀ ਐਸੇ ਵੀ ਖੜੇ ਹੋ ਗਏ ਜੋ ਕਹਿੰਦੇ ਸਨ ਅਸੀਂ ਅਕਾਲ ਪੁਰਖ ਤੇ ਨਿਸ਼ਚਾ ਰੱਖਦੇ ਹਾਂ, ਇੱਕ ਅਕਾਲ ਪੁਰਖ ਨੂੰ ਮੰਨਦੇ ਹਾਂ, ਪਰ ਬਾਕੀ ਚੀਜ਼ਾਂ ਤੇ ਉਹ ਪਿੱਛੇ ਹਟ ਜਾਂਦੇ ਸਨ। ਦੂਜੀ ਕੰਡੀਸ਼ਨ ਲਾਈ ਗਈ 10 ਗੁਰੂ ਸਾਹਿਬਾਨ, ਜਿੱਥੇ ਕੰਡੀਸ਼ਨ ਹੈ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ। ਠੀਕ ਹੈ, ਇੱਥੇ ਵੀ ਤੁਸੀਂ ਦੇਖੋ ਕਿ ਇਹ ਚੀਜ਼ਾਂ ਆ ਚੁੱਕੀਆਂ ਸਾਨੂੰ ਉਦੋਂ ਤੱਕ ਕਿ ਬਈ 11ਵਾਂ 12ਵਾਂ 13ਵਾਂ 14ਵਾਂ ਗੁਰੂ ਹੋਵੇਗਾ, ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਇਨਕਾਰੀ ਹਾਂ। ਜੀ ਜੇਕਰ ਅਸੀਂ ਸਾਫ਼ ਗੱਲ ਕਰੀ ਤਾਂ ਅਸੀਂ ਨਾਮਧਾਰੀ ਸੈਕਟ ਦੀ ਗੱਲ ਕਰ ਰਹੇ ਹਾਂ। ਉਹ ਹਲੇ ਤੱਕ ਨਾਮਧਾਰੀ, ਰਾਧੇ ਸਵਾਮੀ, ਨਿਰੰਕਾਰੀ ਬੜੇ ਤੁਹਾਨੂੰ ਮਿਲਣਗੇ, ਬੜੇ ਸੈਕਟ ਐਸੇ ਤਿਆਰ ਹੋ ਗਏ। ਖੈਰ ਅਸੀਂ ਅੱਗੇ ਆਈਏ। ਅਗਲੀ ਗੱਲ ਹੈ, ਤੀਜਾ ਪੁਆਇੰਟ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ, ਹੁਣ ਇੱਥੇ ਧਿਆਨ ਨਾਲ ਸਮਝਣ ਵਾਲੀ ਗੱਲ ਹੈ, 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ। ਇੱਕ ਜ਼ਿਕਰ ਹੈਗਾ ਵੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਉੱਤੇ ਟੇਕ ਪਾਓ, ਜਿੰਨੀ 6 ਪਾਤਸ਼ਾਹ ਜਿਨ੍ਹਾਂ ਦੀ ਬਾਣੀ ਦਰਜ ਹੈ, ਭੱਟਾਂ ਦੀ ਬਾਣੀ ਦਰਜ ਹੈ, ਭਗਤਾਂ ਦੀ ਬਾਣੀ ਦਰਜ ਹੈ, ਉਹ ਸਭ ਕੁਝ ਆ ਗਿਆ, ਉਸ ਤੇ ਨਿਸ਼ਚਾ ਹੋਏ। ਤੀਜੀ ਚੀਜ਼ ਦਾ ਜਿਹੜਾ ਦੂਜਾ ਹਿੱਸਾ ਹੈ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ। ਹੁਣ ਇਸ ਪੁਆਇੰਟ ਉੱਤੇ ਮੇਨ ਜੋ ਮੈਂ ਸਵਾਲ ਸਮਝ ਪਾ ਰਿਹਾ ਸੀ ਵੀਰਾਂ ਦੇ, ਇਸ ਨੂੰ ਅਸੀਂ ਧਿਆਨ ਨਾਲ ਏਦਾਂ ਸਮਝੀਏ ਕਿ 10 ਗੁਰੂ ਸਾਹਿਬਾਨ ਦੀ ਬਾਣੀ, ਜਿੱਦਾਂ ਤੁਸੀਂ ਆਪ ਬੋਲਾਇਓ ਕਿ 6ਵੇਂ 7ਵੇਂ 8ਵੇਂ ਪਾਤਸ਼ਾਹ ਦੀ ਤੇ ਬਾਣੀ ਹੀ ਨਹੀਂ ਹੈ, ਪਰ 6ਵੇਂ 7ਵੇਂ 8ਵੇਂ ਪਾਤਸ਼ਾਹ ਦੀ ਬਾਣੀ ਵੀ ਮੌਜੂਦ ਹੈ ਤੇ ਸਿੱਖਿਆ ਵੀ ਮੌਜੂਦ ਹੈ। ਕਿਸ ਤਰ੍ਹਾਂ? ਉਹ ਹੈ ਇਤਿਹਾਸਕ ਦਸਤਾਵੇਜ਼ਾਂ ਵਿੱਚ ਜੋ ਗੁਰਬਾਣੀ ਤੇ ਨਹੀਂ ਹੈ, ਪਰ ਉਹ ਸਾਨੂੰ ਸਿੱਖਿਆ ਦਿੰਦੀ ਹੈ। ਹੁਣ ਉਦਾਹਰਣ ਦੇ ਤੌਰ ਤੇ ਅਸੀਂ ਲੈ ਲਈਏ, ਇਸ ਵਕਤ ਕੋਵਿਡ-19 ਦਾ ਬੜਾ ਜ਼ੋਰ ਹੈ। ਕੋਵਿਡ-19 ਅੱਜ ਫੈਲਿਆ ਹੋਇਆ, ਇਸੇ ਤਰ੍ਹਾਂ ਇੱਕ ਵੱਡੀ ਬਿਮਾਰੀ ਫੈਲੀ ਸੀ ਚੇਚਕ, ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵਕਤ ਤੇ ਫੈਲੀ ਸੀ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਸ ਵਕਤ ਐਸਾ ਕਿਹਾ ਜਾਂਦਾ ਹੈ ਕਿ ਸਭ ਤੋਂ ਵੱਡਾ ਦਵਾਖਾਨਾ ਜਿਹੜਾ ਹੈ ਉਹ ਸਿੱਖਾਂ ਦੇ ਕੋਲ ਹੈਗਾ ਸੀ, ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਉਹ ਦਵਾਖਾਨਾ ਆਮ ਬੰਦਿਆਂ ਵਾਸਤੇ ਫ੍ਰੀ ਇਲਾਜ, ਫ੍ਰੀ ਉਹਨਾਂ ਦਾ ਰੱਖ ਰਖਾਓ ਕਰਨਾ ਸ਼ੁਰੂ ਕਰਤਾ ਸੀ। ਉਸ ਨਾਲ ਕਾਫੀ ਲੋਕਾਂ ਦੀ ਮਦਦ ਹੋਈ, ਸਰਬਤ ਦਾ ਭਲਾ ਹੋਇਆ।
ਇਸੇ ਨੂੰ ਤੁਸੀਂ ਹੁਣ ਇਸ ਸਮੇਂ ਤੇ ਆ ਜਾਓ ਦੇਖੋਗੇ ਤੇ ਜਿਸ ਵਕਤ ਇਹ ਪੈਂਡੇਮਿਕ ਆਇਆ, ਇਸ ਦੌਰਾਨ ਵੀ ਸਿੱਖਾਂ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸਿੱਖਿਆ ਤੇ ਚਲਦੇ ਚਲਦੇ, ਉਹਨਾਂ ਦੀ ਲੀਹਾਂ ਤੇ ਚਲਦੇ ਚਲਦੇ ਸਰਬਤ ਦੇ ਭਲੇ ਲਈ ਇਹ ਚੇਤੇ ਰੱਖ ਕੇ ਉਹ ਘਰਾਂ ਤੋਂ ਬਾਹਰ ਨਿਕਲੇ। ਉਹਨਾਂ ਨੇ ਥਾਂ ਥਾਂ ਲੰਗਰ, ਦਵਾਈ, ਜੋ ਜੋ ਚੀਜ਼ਾਂ ਦੀ ਲੋੜ ਸੀ ਉਹ ਪਹੁੰਚਾਈ। ਸੋ ਜੀ ਜਿੱਥੇ ਇਸ ਸਿੱਖਿਆਵਾਂ ਸਾਨੂੰ ਮਿਲ ਰਹੀਆਂ ਨੇ, ਇਹਨੂੰ ਕਿਹਾ ਗਿਆ 10 ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ। ਇਹਦੇ ਬਾਅਦ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ। ਹੁਣ ਸਾਡੇ ਵਿੱਚ ਵੀ ਕਈ ਬੰਦੇ ਖੜੇ ਹੋਏ ਨੇ, ਕਹਿੰਦੇ ਨੇ ਜੇ ਅਸੀਂ ਲక్ష్ਮੀ ਪੂਜਾ ਕਰ ਲਈ ਤਾਂ ਕੀ ਹੋ ਗਿਆ, ਜਦਕਿ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਰਹਿਤ ਮਰਿਆਦਾ ਦੋਨੋਂ ਹੀ ਇਸ ਚੀਜ਼ ਦੀ ਮਨਾਹੀ ਕਰਦੀਆਂ ਨੇ। ਤੇ ਜਿਹੜਾ ਵਿਅਕਤੀ ਇਹ ਪੰਜਾਂ ਕੰਡੀਸ਼ਨਸ ਨੂੰ ਫੁੱਲਫਿਲ ਕਰਦਾ ਹੈ ਉਹ ਸਿੱਖ ਹੈ ਜੀ। ਇਹ ਪਰਿਭਾਸ਼ਾ ਹੈ। ਇਸ ਉੱਤੇ ਕੀ ਵਿਵਾਦ ਹਨ, ਮੈਨੂੰ ਲੱਗਦਾ ਜਿਵੇਂ ਜਿਵੇਂ ਸਮਾਂ ਅੱਗੇ ਵਧੇਗਾ ਜ਼ਰੂਰ ਆਪਣੇ ਵੀਰ ਆਪਣੀਆਂ ਗੱਲਾਂ ਰੱਖਾਂਗੇ। ਜੇ 10 ਗੁਰੂ ਸਾਹਿਬਾਨ ਦੀ ਬਾਣੀ ਨੂੰ ਦਸਮ ਗ੍ਰੰਥ, ਅਖੌਤੀ ਦਸਮ ਗ੍ਰੰਥ ਦੇ ਨਾਲ ਜੋੜਦੇ ਨੇ ਤਾਂ ਉਹਨਾਂ ਨੂੰ ਇਹ ਵੀ ਜਵਾਬ ਦੇਣਾ ਪਏਗਾ ਕਿ 6ਵੇਂ 7ਵੇਂ 8ਵੇਂ ਪਾਤਸ਼ਾਹ ਦਾ ਕਿਹੜਾ ਐਸਾ ਗ੍ਰੰਥ ਹੈ ਜਿਸ ਦਾ ਜ਼ਿਕਰ ਇਸ ਵਿੱਚ ਹੈ। ਹਾਂਜੀ, तो अगर ਅਸੀਂ ਗੱਲ ਕਰੀਏ ਤਾਂ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿੱਥੇ 10 ਗੁਰੂਆਂ ਦੀ ਬਾਣੀ ਦੀ ਗੱਲ ਹੈ ਤੇ ਬਾਣੀ ਤੇ ਸਿੱਖਿਆ ਦੀ ਗੱਲ ਹੈ, ਪਰ ਅਸੀਂ ਬਾਣੀ ਦੀ ਗੱਲ ਕਰੀਏ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਫ ਔਰ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਬਾਣੀ। ਤੇ ਸਿੱਖਿਆ ਦੀ ਗੱਲ ਕਰੀਏ ਤਾਂ 10 ਗੁਰੂਆਂ ਦੀ ਜਿਹੜੀ ਜੀਵਨ ਤੋਂ ਜਿਹੜੀ ਸਾਨੂੰ ਸਿੱਖਿਆ ਮਿਲਦੀ ਹੈ, ਉਹਨਾਂ ਦੇ ਇਤਿਹਾਸ ਤੋਂ ਜਿਹੜੇ ਸਾਨੂੰ ਪ੍ਰਮਾਣ ਮਿਲਦੇ ਨੇ, ਉਹ ਪ੍ਰਮਾਣਿਕ ਸਿੱਖਿਆ, ਉਹ ਉਸ ਦੀ ਗੱਲ ਕੀਤੀ ਗਈ ਹੈ। ਨਾ ਕਿ ਅਖੌਤੀ ਦਸਮ ਗ੍ਰੰਥ ਦੀ ਬਾਣੀ ਦੀ ਗੱਲ ਕੀਤੀ ਗਈ ਹੈ, ਨਾ ਇਹੋ ਜਿਹੀ ਬਾਣੀ ਜਿਹੜੀ ਕਿ ਗੁਰੂਆਂ ਦੀ ਨਾ ਹੋ ਕੇ ਉਹਨਾਂ ਦੇ ਨਾਮ ਦੇ ਹੇਠ ਜੋੜ ਕੇ ਜਿਵੇਂ ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਇਸ ਤਰ੍ਹਾਂ ਦੀ ਵੀ ਬੜੀ ਬਾਣੀ ਜਿਹੜੀ ਹੈਗੀ ਹੈ ਉਹ ਗੁਰੂਆਂ ਦੇ ਨਾਮ ਦੇ ਨਾਲ ਉਹ ਜੋੜੀ ਗਈ ਹੈ। ਸੋ ਉਸ ਬਾਣੀ ਦੇ ਉੱਤੇ ਸਾਡਾ ਬਿਲਕੁਲ ਵੀ ਯਕੀਨ ਨਹੀਂ ਹੈ। ਉਸ ਬਾਣੀ ਤੇ ਜਿਹੜਾ ਯਕੀਨ ਨਾ ਰੱਖਦਾ ਹੋਵੇ ਔਰ ਸਿਰੇ ਤੋਂ ਖਾਰਿਜ ਕਰਦਾ ਹੋਵੇ, ਇਹ ਉਸ ਡੈਫੀਨੇਸ਼ਨ ਦੀ ਗੱਲ ਕੀਤੀ ਗਈ ਹੈ। ਉਸ ਦੇ ਵਿੱਚ ਅਖੌਤੀ ਦਸਮ ਗ੍ਰੰਥ ਦੀ ਤੇ ਹੋਰ ਕਿਸੇ ਵੀ ਬਾਣੀ ਨੂੰ ਸਿਰੇ ਤੋਂ ਸਾਡੀ ਡੈਫੀਨੇਸ਼ਨ ਇੰਨਾ ਦਾਇਰਾ ਹੈ, ਜਿਹੜਾ ਵਿਅਕਤੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਆਪਣੀ ਟੇਕ ਰੱਖਦਾ ਹੋਏ, ਇੱਕ ਅਕਾਲ ਪੁਰਖ ਨੂੰ ਮੰਨਦਾ ਹੋਏ, 10 ਪਾਤਸ਼ਾਹੀਆਂ ਦੇ ਜੀਵਨ ਤੋਂ ਜੋ ਉਸਨੂੰ ਸੇਧ ਮਿਲਦੀ ਹੋਏ ਤੇ ਕਿਸੇ ਗੈਰ ਧਰਮ ਨੂੰ ਨਾ ਮੰਨਦਾ ਹੋਏ, ਉਹ ਸਿੱਖ ਹੈ। ਸਿੱਧੀ ਜੀ ਗੱਲ ਹੈ, ਗੱਲ ਖਤਮ ਹੋ ਜਾਂਦੀ ਇਸ ਵਿੱਚ। ਹਾਂਜੀ, ਤੇ ਵੀਡੀਐਸ ਤੇ ਸਾਰੀ ਗੱਲ ਦੇ ਵਿੱਚ ਗੁਰਦੁਆਰੇ ਦਾ ਕੀ ਰੋਲ ਹੈ? ਜੀ ਗੁਰਦੁਆਰਾ ਇਸ ਵਿੱਚ ਜਿਹੜਾ ਹੈ ਜ਼ਿਕਰ ਆਉਂਦਾ ਹੈ ਕਿ ਗੁਰਦੁਆਰਾ ਉਹ ਸਥਾਨ ਹੈ ਜਿੱਥੇ ਸਿੱਖਾਂ ਦਾ ਜੋੜ ਮੇਲ ਹੁੰਦਾ ਹੈ। ਹੁਣ ਦੇਖੋ ਗੁਰਦੁਆਰਿਆਂ ਦੀ ਵੀ ਗੱਲ ਕਰੋ ਤੇ ਗੁਰਦੁਆਰਿਆਂ ਵਿੱਚ ਵੀ ਅੱਜ ਇੱਕ ਵੀਰ ਕਹਿ ਰਿਹਾ ਸੀ ਕਿ ਬਈ ਗੁਰਦੁਆਰਿਆਂ ਵਿੱਚ ਇੰਨੇ ਕਰਮ ਕਾਂਡ ਕਿਉਂ ਹੁੰਦੇ ਨੇ। ਇਸ ਦੇ ਰਿਸਪੌਂਸਿਬਲ ਸਿੱਖ ਰਹਿਤ ਮਰਿਆਦਾ ਨੂੰ ਤੁਸੀਂ ਨਹੀਂ ਬਣਾ ਸਕਦੇ। ਸਿੱਖ ਰਹਿਤ ਮਰਿਆਦਾ ਅੱਜ ਮੌਜੂਦ ਹੈ ਜਿਸ ਵਿੱਚ ਇਹ ਸਪਸ਼ਟ ਲਿਖਿਆ ਹੋਇਆ ਹੈ, ਇਹਦੇ ਚੌਥੇ ਪੁਆਇੰਟ ਦੇ ਚੌਥੇ ਹਿੱਸੇ ਵਿੱਚ, ਕਿ ਧੂਪ ਜਾਂ ਦੀਵੇ ਮਚਾ ਕੇ ਆਰਤੀ ਕਰਨੀ, ਭੋਗ ਲਾਉਣੇ, ਜੋਤਾਂ ਜਗਾਉਣੀਆਂ, ਟਲ ਖੜਕਾਉਣੇ ਆਦਿ ਕਰਮ ਗੁਰਮਤ ਅਨੁਸਾਰ ਨਹੀਂ। ਜਿਹੜਾ ਸਿੱਖ ਕੌਮ ਦਾ ਦੁਸ਼ਮਣ ਹੈ, ਜਿਹੜਾ ਸਿੱਖ ਕੌਮ ਤੋਂ ਈਰਖਾ ਰੱਖਦਾ ਹੈ, ਤੁਸੀਂ ਦੇਖੋ ਉਸ ਨੂੰ ਇਹ ਅੱਛੇ ਨਾਲ ਪਤਾ ਹੈ ਕਿ ਸਿੱਖਾਂ ਕੋਲ ਜਦੋਂ ਤੱਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਦਸਤਾਵੇਜ਼ ਦੇ ਰੂਪ ਵਿੱਚ ਇਹ ਸਾਡੇ ਬਜ਼ੁਰਗਾਂ ਵੱਲੋਂ ਤਿਆਰ ਕੀਤੀ ਹੋਈ ਸਿੱਖ ਰਹਿਤ ਮਰਿਆਦਾ ਮੌਜੂਦ ਹੈ, ਤਾਂ ਤੱਕ ਉਹ ਕਿਸੇ ਵੀ ਕੀਮਤ ਤੇ ਸਾਨੂੰ ਜਜ਼ਬ ਨਹੀਂ ਕਰ ਸਕਦੇ। ਬੇਸ਼ੱਕ ਅਸੀਂ ਇੱਕ ਬਹੁਤ ਛੋਟੀ ਕੌਮ ਆ। ਮੈਂ ਤੁਹਾਨੂੰ ਇੱਕ ਉਦਾਹਰਣ ਛੋਟਾ ਜਿਹਾ ਦਿਆਂ। ਪਿਛਲੇ ਦਿਨੀ ਬੰਗਲਾ ਸਾਹਿਬ ਤੇ ਮਤਲਬ 2-2.5 ਸਾਲ ਪਹਿਲਾਂ ਦੀ ਗੱਲ ਹੈ ਜਾਂ 2 ਸਾਲ ਪਹਿਲਾਂ ਦੀ ਗੱਲ ਹੈ, ਯਾਦ ਹੋਵੇਗਾ ਤੁਹਾਨੂੰ, ਕਿ ਕੁਝ ਬੰਦਿਆਂ ਨੇ ਉੱਥੇ ਜਿਹੜਾ ਕਰਵਾ ਚੌਥ ਦਾ ਵਰਤ ਤੋੜਨ ਦਾ ਇੱਕ ਪਖੰਡ ਕੀਤਾ। ਇੱਥੇ ਸਿੱਖਾਂ ਨੇ ਇਹਦੀਆਂ ਫੋਟੋਆਂ ਵਾਇਰਲ ਹੋਈਆਂ ਤੇ ਸਿੱਖਾਂ ਨੇ ਇਹਦਾ ਵਿਰੋਧ ਦਰਜ ਕਰਾਇਆ ਤੇ ਕਮੇਟੀ ਨੇ ਬਕਾਇਦਾ ਉੱਥੇ ਐਸੇ ਇੰਤਜ਼ਾਮ ਕੀਤੇ ਕਿ ਅਗਲੇ ਸਾਲ ਤੋਂ ਇਹ ਕਰਮਕਾਂਡ ਨਾ ਹੋ ਸਕਣ। ਉਸ ਦਾ ਵੱਡਾ ਕਾਰਨ ਜਿਹੜਾ ਹੈ ਉਹ ਸਿੱਖ ਰਹਿਤ ਮਰਿਆਦਾ ਸੀ। ਜੇ ਸਿੱਖ ਰਹਿਤ ਮਰਿਆਦਾ ਰੂਪੀ ਦਸਤਾਵੇਜ਼ ਸਾਡੇ ਹੱਥ ਵਿੱਚ ਨਾ ਹੁੰਦਾ ਤੇ ਅਸੀਂ ਕਿਸ ਆਧਾਰ ਤੇ ਕਹਿੰਦੇ, ਫਿਰ ਤਾਂ ਇਹ ਕਹਿੰਦੇ ਜੀ ਸਾਰੇ ਹੀ ਧਰਮਾਂ ਦਾ ਸਵਾਗਤ ਹੈ, ਫਿਰ ਤੇ ਅਸੀਂ ਕਹਿੰਦੇ ਜੀ ਉਪਦੇਸ਼ ਚੌਵਰ ਨਾ ਕੋ ਸਾਂਝਾ, ਆਓ ਜੀ ਤੁਸੀਂ ਵੀ ਆ ਜਾਓ, ਇੱਥੇ ਤੇ ਸਾਰਿਆਂ ਦਾ ਸਵਾਗਤ ਹੈ, ਤੁਸੀਂ ਆਪਣਾ ਵਰਤ ਤੋੜ ਲਓ, ਅਸੀਂ ਆਪਣੀ ਅਰਦਾਸਾਂ ਕਰ ਲਾਂਗੇ। ਨਹੀਂ ਜੀ, ਸਾਡੀ ਇੱਕ ਕੌਮ ਹੈ ਤੇ ਇੱਕ ਬਿਲਕੁਲ ਸ਼ਾਨਦਾਰ ਤੇ ਨਿਆਰੀ ਕੌਮ ਹੈ। ਇਸ ਕੌਮ ਦਾ ਇੱਕ ਵੱਡਾ ਤੇ ਇੰਪੋਰਟੈਂਟ ਦਸਤਾਵੇਜ਼ ਹੈ। ਜਦੋਂ ਵੀ ਜਿਸ ਵੀ ਗੁਰਦੁਆਰੇ ਵਿੱਚ ਅਗਰ ਕੋਈ ਕਰਮਕਾਂਡ ਹੋਇਆ ਹੈ ਤਾਂ ਇਸ ਦਸਤਾਵੇਜ਼ ਨੂੰ ਇਗਨੋਰ ਕਰਕੇ ਹੀ ਕੀਤਾ ਜਾ ਸਕਿਆ। ਜੇ ਉੱਥੇ ਦੀ ਸੰਗਤ ਕਿਤੇ ਸੁਚੇਤ ਹੋ ਜਾਏ
ਤੇ ਵੀਰ ਜੀ ਕਿਸੇ ਵੀ ਥਾਂ ਤੇ ਸਾਡੇ ਸ਼ਹਿਰ ਵਿੱਚ ਕਈ ਗੁਰਦੁਆਰੇ ਨੇ ਜਿੱਥੇ ਸਿੱਖ ਰਹਿਤ ਮਰਿਆਦਾ ਪੂਰੀ ਤਰੀਕੇ ਨਾਲ ਲਾਗੂ ਹੈ, ਉੱਥੇ ਕਰਮਕਾਂਡ ਨਹੀਂ ਹੋ ਸਕਦੇ। ਤੇ ਜਿਸ ਦਿਨ ਕੋਈ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ, ਕਾਨਪੁਰ ਦੀ ਸੰਗਤਾਂ ਇੰਨੀਆਂ ਜਾਗਰੂਕ ਨੇ, ਮੈਨੂੰ ਯਾਦ ਹੈ ਪਾਂਡੂ ਨਗਰ ਇੱਕ ਗੁਰਦੁਆਰੇ 'ਚ ਇੱਕ ਵਾਰ ਇੱਕ ਵਿਅਕਤੀ ਨੇ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਪੂਰੀ ਸੰਗਤਾਂ ਨੇ ਜਾ ਕੇ ਉੱਥੇ ਗੁਰਦੁਆਰੇ ਵਿੱਚ ਪ੍ਰਧਾਨ ਨੂੰ ਘੇਰ ਲਿਆ ਸੀ, ਕਿਉਂਕਿ ਉਹ ਪ੍ਰਧਾਨ ਕਿਸੇ ਖਾਸ ਸੰਪਰਦਾ ਨਾਲ ਜੁੜਿਆ ਹੋਇਆ ਸੀ। ਬਾਅਦ ਨੂੰ ਉਸ ਪ੍ਰਧਾਨ ਨੂੰ ਸੰਗਤ ਦੇ ਪ੍ਰੈਸ਼ਰ ਵਿੱਚ ਉਥੋਂ ਉਹ ਚੀਜ਼ ਹਟਾਣੀ ਪਈ ਜੋ ਉਸਨੇ ਉੱਥੇ ਕੋਈ ਮਟਕਾ ਮੁਟਕਾ ਰੱਖ ਦਿੱਤਾ ਸੀ ਕਿ ਜੀ ਅੰਮ੍ਰਿਤ ਇਦਾਂ ਤਿਆਰ ਹੋ ਜਾਏਗਾ। ਨਹੀਂ, ਸਿੱਖ ਰਹਿਤ ਮਰਿਆਦਾ ਕਾਰਨ ਹੀ ਉਸ ਜੀ ਨੂੰ ਤੋਂ ਹਟਾ। ਜੀ ਜਗਵੀਰ ਜੀ, ਅਗਰ ਅਸੀਂ ਗੱਲ ਕਰੀਏ ਤਾਂ ਅਗਰ ਅਸੀਂ ਖੁੱਲ ਕੇ ਗੱਲ ਕਰੀਏ, ਜੇਕਰ ਅਸੀਂ ਵਿਭਾਗ ਗੱਲ ਕਰੀਏ ਤਾਂ ਅਗਰ ਦਰਬਾਰ ਸਾਹਿਬ ਦੇ ਵਿੱਚ ਜਿਹਨੂੰ ਕਿ ਅਸੀਂ ਆਪਣਾ ਧੁਰਾ ਕਹਿੰਦੇ ਆ, ਉੱਥੇ ਅਗਰ ਉਹਨੂੰ ਦੁੱਧ ਦੇ ਨਾਲ ਧੋਇਆ ਜਾ ਰਿਹਾ ਵੇ ਤਾਂ ਉਹ ਵੀ ਜਿਹੜਾ ਹੈਗਾ ਵੇ ਇੱਕ ਕਰਮ ਕਾਂਡ ਹੈ। ਬੰਗਲਾ ਸਾਹਿਬ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਹਜੂਰ ਸਾਹਿਬ ਦੀ, ਤਾਂ ਹਜੂਰ ਸਾਹਿਬ ਦੇ ਵਿੱਚ ਜਿਹੜੀ ਬੱਕਰੇ ਦੀ ਬਲੀ ਦਿੱਤੀ ਜਾ ਰਹੀ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦੇ ਤੁਲ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਰਿਹਾ ਵੇ, ਦੀਵੇ ਬਾਲੇ ਜਾ ਰਹੇ ਨੇ, ਘਿਓ ਵਾਲੇ ਦੀਵੇ ਬਾਲੇ ਜਾ ਰਹੇ ਨੇ, ਜਾਂ ਹੋਰ ਕਿੰਨੇ ਹੀ ਕਰਮ ਕਾਂਡ ਹੋ ਰਹੇ ਨੇ। ਇਹ ਸਾਡੇ ਜਿੱਥੇ ਵੀ ਹੋ ਰਹੇ ਨੇ, ਹੁਣ ਅਗਰ ਉਹ ਭਾਵੇਂ ਦਰਬਾਰ ਸਾਹਿਬ ਹੈ, ਭਾਵੇਂ ਉਹ ਸੀਸਗੰਜ ਹੈ, ਭਾਵੇਂ ਉਹ ਬੰਗਲਾ ਸਾਹਿਬ ਹੈ, ਭਾਵੇਂ ਉਹ ਹਜੂਰ ਸਾਹਿਬ ਹੈ, ਭਾਵੇਂ ਉਹ ਪਟਨਾ ਸਾਹਿਬ ਹੈ, ਕਿਤੇ ਵੀ ਅਗਰ ਇਹ ਕੰਮ ਹੋ ਰਿਹਾ ਵੇ ਤਾਂ ਉਹ ਫਿਰ ਗਲਤ ਹੈ, ਫਿਰ ਉਹ ਗੁਰਦੁਆਰਾ ਨਹੀਂ ਹੈ। ਇਹ ਜਿਹੜਾ ਸੁਨੇਹਾ ਵੇ ਇਹ ਆਪਣੇ ਪ੍ਰਬੰਧਕਾਂ ਦੇ ਕੋਲ ਜਾਂ ਆਪਣੀ ਸੰਗਤ ਦੇ ਕੋਲ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਔਰ ਇਹ ਕੰਮ ਅੱਜ ਤੋਂ ਨਹੀਂ, ਕੱਲ ਤੋਂ ਨਹੀਂ, ਪਰਸੋਂ ਤੋਂ ਨਹੀਂ, ਪਿਛਲੇ ਕਈ ਸਾਲ ਤੋਂ ਹੋ ਰਹੇ ਨੇ। ਔਰ ਇਹੀ ਸੰਸਥਾਵਾਂ ਨੇ, ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਹਿ ਲਓ, ਸ਼੍ਰੋਮਣੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਕਹਿ ਲਓ, ਹਜੂਰ ਸਾਹਿਬ ਦੀ ਉਹਨਾਂ ਦੀ ਆਪਣੀ ਕਮੇਟੀ ਹੈ, ਰਹਿਤ ਮਰਿਆਦਾ ਜਿਹੜਾ ਜਿਹਦੀ ਅਸੀਂ ਗੱਲ ਕਰ ਰਹੇ ਹਾਂ, ਇਹ ਸਾਰਿਆਂ ਕੋਲ ਮੌਜੂਦ ਹੈ। ਔਰ ਆਪ ਇਸ ਦੀਆਂ ਔਰ ਜੰਮ ਕੇ ਧੱਜੀਆਂ ਉਡਾ ਰਹੇ ਨੇ। ਤਾਂ ਕਿੱਥੇ ਅਸੀਂ ਇਹ ਲੈਕ ਕਰਦੇ ਹਾਂ ਕਿ ਜਿਹੜਾ ਰੂਲ ਬਣਾਉਣ ਵਾਲੇ ਨੇ ਉਹ ਆਪ ਹੀ ਰੂਲ ਤੋੜਦੇ ਪਏ ਨੇ, ਤਾਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਕਿ ਜਿਹੜਾ ਆਮ ਸਿੱਖ ਹੈ, ਜਿਹੜਾ ਗੁਰਦੁਆਰੇ ਜਾਂਦਾ ਵੇ, ਉੱਥੇ ਪਾਠ ਕਰਨ ਜਾਂਦਾ ਵੇ, ਉੱਥੇ ਕੁਝ ਸਿੱਖਣ ਜਾਂਦਾ ਵੇ, ਉਹ ਸਿੱਖਣ ਤਾਂ ਜਾ ਰਿਹਾ ਗੁਰਮਤ, ਪਰ ਲੈ ਕੇ ਆ ਰਿਹਾ ਕਰਮਕਾਂਡ। ਜਦ ਤੱਕ ਇਹ ਚੀਜ਼ਾਂ ਬੰਦ ਨਹੀਂ ਹੋਣਗੀਆਂ ਤਦ ਤੱਕ ਅਸੀਂ ਕਿਵੇਂ ਉਸ ਗੁਰਦੁਆਰੇ ਨੂੰ ਗੁਰਦੁਆਰਾ ਕਹਿ ਸਕਦੇ ਹਾਂ। ਫਿਰ ਤੇ ਜਸਟ ਲਾਈਕ ਇਹ ਹੋ ਗਿਆ ਕਿ ਜਿਵੇਂ ਕਿਸੇ ਵੀ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਕੋਈ ਲੈ ਕੇ ਆ ਜਾਵੇ, ਜੀ ਮੈਂ ਉਹਨੂੰ ਪੜ੍ਹਨਾ ਵਾ, ਉਹਨੇ ਰੱਖੇ ਹੋਏ ਨੇ ਉੱਥੇ ਗੁਰੂ ਗ੍ਰੰਥ ਸਾਹਿਬ, ਪਰ ਉਹਨੂੰ ਉਹ ਫੋਲੋ ਨਹੀਂ ਕਰ ਰਿਹਾ। ਤੇ ਇਹੀ ਚੀਜ਼ ਅਗਰ ਦੇਖਿਆ ਜਾਏ ਤੇ ਗੁਰਦੁਆਰੇ 'ਚ ਨਹੀਂ ਹੋ ਰਹੀ। ਵੀਰ ਜੀ ਦੇਖੋ, ਕਿਸੇ ਵੀ ਚੀਜ਼ ਨੂੰ ਜਦੋਂ ਲਾਗੂ ਕਰਾਉਣਾ ਹੋਏ ਨਾ, ਤੇ ਉਸ ਦਾ ਸਭ ਤੋਂ ਪਹਿਲਾ ਸਟੈਪ ਹੈ ਉਸ ਦਾ ਪ੍ਰਚਾਰ। ਠੀਕ ਹੈ, ਤੇ ਮੈਨੂੰ ਅਫਸੋਸ ਇਸ ਗੱਲ ਤੇ ਹੈ ਕਿ ਬੇਸ਼ੱਕ ਸਾਡੀ, ਮੈਂ ਪਿਛਲੀ ਵਾਰ ਵੀ ਇਹ ਜ਼ਿਕਰ ਕਰ ਆਇਆ ਸੀ ਕਿ ਸਾਡੀ ਸੁਸਾਇਟੀਆਂ ਨੇ, ਸਾਡੀ ਕਮੇਟੀਆਂ ਨੇ ਇਸ ਨੂੰ ਫ੍ਰੀ ਛਾਪਿਆ, ਪਰ ਇਸ ਦਾ ਪ੍ਰਚਾਰ ਤੁਸੀਂ YouTube ਤੇ ਪਾ ਕੇ ਦੇਖੋ, ਤੁਹਾਨੂੰ ਇਸ ਦਾ ਪ੍ਰਚਾਰ ਹੀ ਨਹੀਂ ਮਿਲੇਗਾ। ਘੱਟ ਹੀ ਵਿਅਕਤੀ ਹੋਣਗੇ ਜਿਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਤੇ ਕੋਈ ਗੱਲ ਵੀ ਕੀਤੀ ਹੋਏ। ਪਤਾ ਨਹੀਂ ਕਿਉਂ ਸੁੱਤੇ ਪਏ ਨੇ ਕੌਮ ਦੇ ਉਹ ਵੱਡੇ ਵੱਡੇ ਜਿਹੜੇ ਕਥਾਵਾਚਕ ਨੇ, ਉਹ ਜਿਹੜੇ ਕਵੀਸ਼ਰ ਨੇ, ਉਹ ਕਿੱਥੇ ਸੁੱਤੇ ਪਏ ਨੇ, ਕਿਉਂ ਨਹੀਂ ਇਸ ਦਾ ਪ੍ਰਚਾਰ ਕਰ ਰਹੇ, ਜਦਕਿ ਇਹ ਕੌਮੀ ਏਕਤੇ ਲਈ ਇੱਕ ਮਜ਼ਬੂਤ ਦਸਤਾਵੇਜ਼ ਹੈ। ਮੈਂ ਫਿਰ ਦੁਹਰਾ ਦਿਆਂ, ਬੇਸ਼ੱਕ ਇਸ ਵਿੱਚ ਕਈ ਐਸੇ ਸੁਧਾਰਾਂ ਦੀ ਹੁਣੇ ਲੋੜ ਹੈ, ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਇਸ ਦੀ ਬਾਕੀ ਚੀਜ਼ਾਂ ਉਹਨਾਂ ਸੁਧਾਰ, ਮਤਲਬ ਹੁਣ ਤੱਕ ਜਦੋਂ ਤੱਕ ਸੁਧਾਰ ਨਹੀਂ ਹੁੰਦਾ ਤੇ ਅਸੀਂ ਬਾਕੀ ਚੀਜ਼ਾਂ ਵੀ ਰੱਦ ਕਰ ਦਈਏ। ਨਹੀਂ, ਜਿਹੜੀਆਂ ਚੀਜ਼ਾਂ ਦੀ ਸੁਧਾਰ ਦੀ ਲੋੜ ਹੈ ਉਸ ਦੀ ਸੁਧਾਰ ਕਰਨ ਦੀ ਵੀ ਇੰਨਾ ਜ਼ਿਆਦਾ ਉਹਨਾਂ ਤੇ ਪ੍ਰੈਸ਼ਰ ਕ੍ਰੀਏਟ ਕਰਦੀ ਹੈ, ਜਿਹੜੇ ਅੱਜ ਕੌਮ ਤੋਂ ਜਿਹੜਾ ਸੈਲਰੀਜ਼ ਲੈ ਰਹੇ ਨੇ, ਵੱਡੀ ਵੱਡੀ ਉਪਾਧੀਆਂ ਲੈ ਰਹੇ ਨੇ, ਵੱਡੀ ਵੱਡੀ ਜਿਹੜੀ ਉਹਨਾਂ ਕੋਲ ਪੂਰੀ ਸਰਕਾਰੀ ਜਿਹੜੇ ਤੰਤਰਾਂ ਦੀ ਸੁਵਿਧਾਵਾਂ ਉਹਨਾਂ ਕੋਲ ਮੌਜੂਦ ਨੇ, ਉਹਨਾਂ ਨੂੰ ਉੱਥੇ ਬਿਠਾਇਆ ਗਿਆ ਸੀ ਕਿ ਸਿੱਖ ਰਹਿਤ ਮਰਿਆਦਾ ਉਹਨਾਂ ਨੇ ਸਾਰੇ ਗੁਰਦੁਆਰਿਆਂ ਵਿੱਚ ਲਾਗੂ ਕਰਵਾਣੀ ਹੈ, ਇਹ ਉਹਨਾਂ ਦਾ ਫਰਜ਼ ਹੈ। ਤੇ ਜਦੋਂ ਵੀ ਸੰਗਤ ਸੁਚੇਤ ਹੋ ਜਾਏਗੀ, ਜਿੱਦਾਂ ਮੈਂ ਸ਼ੁਰੂਆਤ ਕੀਤੀ ਕਿ ਇਸ ਦਾ ਜਿੰਨਾ ਜ਼ਿਆਦਾ ਪ੍ਰਚਾਰ ਹੋਵੇਗਾ, ਇਸ ਦਾ ਪ੍ਰਚਾਰ ਕਰੀਏ ਕਿ ਬਈ ਧੂਪ ਦੀਵੇ ਮਚਾ ਕੇ ਆਰਤੀ ਕਰਨੀ, ਬੱਕਰੇ ਝਟਕਾਉਣੇ, ਭੰਗ ਵਰਤਾਉਣੇ ਆਦਿ ਕਰਮ ਕਾਂਡ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਇਸ ਨੂੰ ਰੱਦ ਕਰਦੇ ਨੇ, ਉੱਥੇ ਸਿੱਖ ਰਹਿਤ ਮਰਿਆਦਾ ਰਿਟਨ ਡਾਕੂਮੈਂਟ ਸਾਡੇ ਕੋਲ ਹੈਗਾ ਵੇ ਜੋ ਇਹਨਾਂ ਚੀਜ਼ਾਂ ਨੂੰ ਰੱਦ ਕਰਦਾ ਹੈ। ਅਸੀਂ ਆਪਣੇ ਗੁਰਦੁਆਰਿਆਂ ਦੇ ਭਾਈਆਂ ਕੋਲ ਇਹ ਸਵਾਲ ਕਰੀਏ ਕਿ ਬਈ ਤੁਸੀਂ ਇਹ ਕਿਉਂ ਕਰ ਰਹੇ ਹੋ। ਜਦੋਂ ਬਾਰ-ਬਾਰ ਹਰ ਸਿੱਖ, ਹਰ ਮਾਈ ਭਾਈ ਇਹ ਸਵਾਲ ਕਰਨਾ ਸ਼ੁਰੂ ਕਰ ਦੇਗਾ, ਤੇ ਜਿੱਦਾਂ ਮੈਂ ਦੱਸਿਆ ਕਿ ਸਾਡੇ ਸ਼ਹਿਰ ਵਿੱਚ ਇੱਕ ਗੁਰਦੁਆਰੇ ਵਿੱਚ ਇੱਕ ਪ੍ਰਧਾਨ ਨੇ ਸੰਗਤ ਦੇ ਦਬਾਅ ਹੇਠ ਆਪਣੇ ਕਰਮ ਕਾਂਡ ਨੂੰ ਗਲਤ ਮੰਨ ਕੇ ਉਸ ਤੋਂ ਉਹ ਘੜਾ ਚੁਕਵਾਇਆ। ਤੇ ਵਿਸ਼ਵਾਸ ਰੱਖੋ ਵੀਰ ਜੀ, ਜੇ ਅਕਾਲੀ ਕੌਰ ਸਿੰਘ ਦੇ ਵਕਤ ਜਾਂ ਪ੍ਰੋਫੈਸਰ ਗੁਰਮੁਖ ਸਿੰਘ ਦੇ ਵਕਤ
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੂਰਤੀਆਂ ਚੁੱਕੀਆਂ ਜਾ ਸਕਦੀਆਂ ਨੇ, ਤਾਂ ਉਹ ਦਿਨ ਦੂਰ ਨਹੀਂ ਕਿ ਸਿੱਖ ਰਹਿਤ ਮਰਿਆਦਾ ਦੀ ਜਦੋਂ ਪ੍ਰਚਾਰ ਦੇ ਨਾਲ ਅਸੀਂ ਜਿੱਥੇ ਜਿੱਥੇ ਵੀ ਇਹ ਕਰਮਕਾਂਡ, ਜਿੱਦਾਂ ਕਿਧਰੇ ਹੋਰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਜਿਹੜਾ ਹੈ ਗ੍ਰੰਥ ਰੱਖਿਆ ਹੋਇਆ, ਉਸ ਤੋਂ ਹੁਕਮ ਲਏ ਜਾ ਰਹੇ ਨੇ, ਉਸ ਅੱਗੇ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ, ਇਹ ਸਭ ਕੁਝ ਖਤਮ ਕੀਤਾ ਜਾ ਸਕਦਾ ਹੈ। ਮੈਨੂੰ ਐਸਾ ਲੱਗਦਾ ਹੈ ਇਸ ਦਾ ਪਹਿਲਾ ਪੜਾਅ ਹੈ ਰੱਜ ਕੇ ਇਸ ਦਾ ਪ੍ਰਚਾਰ ਕਰੇ, ਹਰ ਸਿੱਖ ਮਾਈ ਭਾਈ ਇਸ ਦਾ ਪ੍ਰਚਾਰ ਕਰੇ ਕਿ ਬਈ ਇਹ ਪੁਆਇੰਟਸ। ਪਰ ਵੀਰ ਜੀ ਪ੍ਰਚਾਰ ਤੋਂ ਪਹਿਲਾਂ ਅਗਰ ਜਿਵੇਂ ਤੁਸੀਂ ਗੱਲ ਕੀਤੀ ਪ੍ਰਚਾਰ ਕੀਤਾ ਜਾਵੇ, ਮੇਰੇ ਖਿਆਲ ਨਾਲ ਅਗਰ ਅਸੀਂ ਥੋੜਾ ਜਿਹਾ ਹੋਰ ਡਿਟੇਲ ਜਾਈਏ ਤੇ ਪ੍ਰਚਾਰ ਕਰਨ ਦੇ ਨਾਲ ਪਹਿਲਾਂ ਇਸ ਉੱਤੇ ਜਿਹੜੇ ਸੁਧਾਰ ਕਰਨੇ ਨੇ ਉਹ ਕਰ ਲਿੱਤੇ ਜਾਣ, ਕਿਉਂਕਿ ਅਗਰ ਹੁਣ ਕਿਉਂਕਿ ਉਹ ਵੇਲਾ ਆ ਗਿਆ ਵੇ ਕਿ ਜਾਂ ਤੇ ਇਹਦੇ ਉੱਤੇ ਸੁਧਾਰ ਕੀਤੇ ਜਾਣ, ਜਿਹੜੀ ਕਮੀਆਂ ਹੈਗੀਆਂ ਨੇ ਉਹਨੂੰ ਦੂਰ ਕਰਕੇ ਬਿਲਕੁਲ ਨਵੇਂ ਸਿਰ ਤੋਂ ਤਿਆਰ ਕੀਤਾ ਜਾਵੇ ਤੇ ਉਹ ਘਰ ਘਰ ਦੇ ਵਿੱਚ ਪਹੁੰਚਣੀ ਚਾਹੀਦੀ ਹੈ ਕਾਪੀ। ਜੇਕਰ ਅਸੀਂ ਇਸ ਚੀਜ਼ ਨੂੰ ਹੀ ਪ੍ਰਚਾਰ ਕਰਨਾ ਸ਼ੁਰੂ ਕਰਤਾ ਤਾਂ ਫਿਰ ਜਿਹੜੇ ਇਹਦੇ ਵਿਵਾਦ ਹੈਗੇ ਨੇ ਉਹ ਵੀ ਨਾਲ ਦੇ ਨਾਲ ਹੀ ਪ੍ਰਚਾਰੇ ਜਾਣਗੇ। ਠੀਕ ਹੈ, ਜਿਹੜੀਆਂ ਚੰਗੀਆਂ ਗੱਲਾਂ ਨੇ ਉਹ ਵੀ ਪ੍ਰਚਾਰੀਆਂ ਜਾਣਗੀਆਂ, ਪਰ ਜਿਹੜਾ ਪ੍ਰਭਾਵ ਹੈ ਉਹ ਮਾੜੀਆਂ ਗੱਲਾਂ ਦਾ ਬੜੀ ਜਲਦੀ ਪ੍ਰਭਾਵ ਪੈਂਦਾ ਵੇ। ਮੈਂ ਅਗਰ ਆਪਣੇ ਵਿਚਾਰ ਰੱਖਾਂ ਕਿ ਪਹਿਲਾਂ ਇਸ ਉੱਤੇ ਇੱਕ ਸੁਧਾਰ ਕਰ ਲਿਆ ਜਾਵੇ, ਜਿਹੜਾ ਸੁਧਾਰ ਕਰਨ ਦੀ ਲੋੜ ਹੈ, ਤੇ ਉਸ ਤੋਂ ਬਾਅਦ ਅਗਰ ਇਸ ਤੇ ਪ੍ਰਚਾਰ ਦੀ ਗੱਲ ਕੀਤੀ ਜਾਵੇ ਜਾਂ ਕੁਝ ਐਸਾ ਸਿਸਟਮ ਬਣੇ ਕਿ ਜਿਹੜੀਆਂ ਠੀਕ ਗੱਲਾਂ ਸਾਨੂੰ ਲੱਗ ਰਹੀਆਂ ਨੇ, ਜਿਹੜੇ ਅਕੋਰਡਿੰਗਲੀ ਗੁਰਮਤ ਹੈਗੀਆਂ ਨੇ, ਜਿੱਤੇ ਪੂਰੇ ਦਾ ਪੂਰਾ ਜਿਹੜਾ ਸੁਸਾਇਟੀ ਹੈ ਉਸ ਤੇ ਇੱਕ ਸੁਰ ਹੈਗੀ ਹੈ, ਉਸ ਦੇ ਨੂੰ ਗੱਲ ਤੇ ਜਿਹੜੀ ਹੈਗੀਆਂ ਨੇ ਉਹਨੂੰ ਲੈ ਕੇ ਅੱਗੇ ਚੱਲਿਆ ਜਾਵੇ, ਤੇ ਜਿਹੜੀਆਂ ਗੱਲਾਂ ਦਾ ਜੇ ਸੁਧਾਰ ਕਰਨਾ ਹੋਵੇ ਉਹਨੂੰ ਅਜੇ ਪਿੱਛੇ ਛੱਡਿਆ ਜਾਵੇ। ਤੁਹਾਡਾ ਕੀ ਵਿਚਾਰ? ਜੀ ਦੇਖੋ, ਇਹ ਕਹਿਣਾ, ਇਹ ਗੱਲਬਾਤ ਕਰਨੀ ਤੇ ਆਸਾਨ ਹੈ ਕਿ ਤੁਸੀਂ ਕਿਹਾ ਮੈਂ ਮੰਨ ਲਿਆ, ਪਰ ਸਾਨੂੰ ਇਹ ਸਮਝਣਾ ਹੈ ਕਿ ਜਦੋਂ ਅਸੀਂ ਕੌਮੀ ਏਕੇ ਦੀ ਗੱਲ ਕਰ ਰਹੇ ਹਾਂ ਤੇ ਅਸੀਂ ਆਪਣੀ ਕਿਸੇ ਵੀ ਸੰਸਥਾ ਨੂੰ ਇਗਨੋਰ ਕਰਕੇ ਅੱਗੇ ਨਹੀਂ ਵੱਧ ਸਕਦੇ। ਉਹਨਾਂ ਨੂੰ ਇਹ ਸਹੀ ਕਰਵਾਉਣਾ, ਦੇਖੋ ਇਹ ਪੀੜੀ ਦਰ ਪੀੜੀ, ਸਮੇਂ ਦਰ ਸਮੇਂ ਹੀ ਸਹੀ ਹੁੰਦਾ ਹੈ। ਜਿਸ ਵਕਤ ਕਿਸੇ, ਸਪੋਜ਼ ਕਰੋ ਇੱਥੇ ਸਾਡੇ ਕਨਸਟੀਟਿਊਸ਼ਨ 1950s ਵਿੱਚ ਬਣਿਆ, 1950s ਵਿੱਚ ਬਣਿਆ ਤਾਂ ਮਤਲਬ ਇਹ ਨਹੀਂ ਕਿ ਰੁਕ ਗਿਆ, ਸਮੇਂ ਦੇ ਨਾਲ ਨਾਲ ਉਸ ਦੀਆਂ ਤਬਦੀਲੀਆਂ ਹੁੰਦੀ ਚਲੀ ਗਈਆਂ। ਇੰਟਰਨੈਟ ਆਇਆ ਤੇ ਉਹਨਾਂ ਨੇ ਇੰਟਰਨੈਟ ਦੇ ਉੱਤੇ ਇੱਕ ਨਵੇਂ ਕਾਨੂੰਨ ਬਣਾ ਦਿੱਤੇ। ਏਦਾਂ ਹੀ ਇਹ ਸਾਡਾ ਕਾਨੂੰਨੀ ਦਸਤਾਵੇਜ਼ ਹੈ। ਜੇ ਅਗਰ ਨਵੀਂ ਕੋਈ ਚੀਜ਼ਾਂ ਆ ਰਹੀਆਂ ਨੇ, ਜੇ ਅੱਜ ਇੱਕ ਨਵੀਂ ਸੋਧ ਹੋਈ ਕਿ ਬਈ ਫਲਾਣੀ ਬਾਣੀ ਜਿਹੜੀ ਹੈ ਉਸ ਵਿੱਚ ਇਹ ਕਮੀਆਂ ਨੇ, ਔਰ ਇਸ ਨੂੰ ਵੱਡਾ ਤਬਕਾ ਜਿਹੜਾ ਹੈ ਮੰਨਣ ਲੱਗ ਪਿਆ, ਤੇ ਬੇਸ਼ੱਕ ਸਾਡੀ ਅਥਾਰਟੀਜ਼ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ। ਲੇਕਿਨ ਜਦੋਂ ਤੱਕ ਉਹ ਸੁਧਾਰ ਨਹੀਂ ਹੁੰਦਾ, ਅਸੀਂ ਇਹ ਨਹੀਂ ਕਹਿ ਸਕਦੇ ਅਸੀਂ ਇਸ ਕਾਨੂੰਨ ਤੋਂ ਬਾਗੀ ਹੋ ਗਏ ਹਾਂ। ਨਹੀਂ, ਜੇ ਅਸੀਂ ਬਾਗੀ ਹੋ ਜਾਂਦੇ ਹਾਂ ਤੇ ਜਿਹੜਾ ਸਾਡਾ ਦੁਸ਼ਮਣ ਹੈ ਉਹ ਤਿਆਰ ਬੈਠਾ ਹੈ ਕਿ ਤੁਸੀਂ ਬਾਗੀ ਹੋਵੋ, ਅਸੀਂ ਸਾਮ ਦਾਮ ਦੰਡ ਭੇਦ ਕਰਕੇ ਤੁਹਾਡੇ ਗੁਰਦੁਆਰਿਆਂ ਵਿੱਚ ਕਰਮਕਾਂਡ ਵਾੜਦੇ ਚਲੇ ਜਾਵਾਂਗੇ। ਔਰ ਜਿਸ ਦਿਨ ਤੁਸੀਂ ਇਸ ਦਸਤਾਵੇਜ਼ ਨੂੰ ਰੱਦ ਕੀਤਾ, ਉਸ ਦਿਨ ਲੋਕੀ ਸਾਰੇ ਦੇ ਸਾਰੇ ਕਰਮਕਾਂਡ ਉਦਾਂ ਕਰਨ ਲੱਗ ਪਵਾਂਗੇ ਜਿੱਦਾਂ ਅੱਜ ਜੈਨ ਧਰਮ ਦਾ ਹਾਲ ਹੋ ਗਿਆ, ਜਿੱਦਾਂ ਅੱਜ ਬੁੱਧ ਧਰਮ ਦਾ ਹਾਲ ਹੋ ਗਿਆ ਹੈ। ਉਹ ਦਿਨ ਦੂਰ ਨਹੀਂ, ਜੇ ਦਸਤਾਵੇਜ਼ ਰੱਦ ਹੋ ਜਾਂਦਾ ਹੈ ਤਾਂ ਸਿੱਖ ਧਰਮ ਦਾ ਵੀ ਉਹੀ ਹਾਲ ਹੋਵੇਗਾ। ਜੀ ਅਸੀਂ ਪ੍ਰੋਗਰਾਮ ਦੇ ਹੁਣ ਆਖਰੀ ਪੜਾਅ ਤੇ ਹਾਂ ਤੇ ਅਸੀਂ ਇੱਥੇ ਆਪਣੇ ਦਰਸ਼ਕਾਂ ਨੂੰ ਅਸੀਂ ਬੇਨਤੀ ਜ਼ਰੂਰ ਕਰਾਂਗੇ ਕਿ ਇਹ ਜਿਹੜੇ ਮਹੱਤਵਪੂਰਨ ਵਿਚਾਰ ਨੇ, ਤੁਸੀਂ ਇਸ ਉੱਤੇ ਤੁਹਾਡੇ ਕੀ ਵਿਚਾਰ ਨੇ ਉਹ ਸਾਡੇ ਵਾਸਤੇ ਜਾਣਨਾ ਬੜਾ ਜ਼ਰੂਰੀ ਹੈ। ਤੁਸੀਂ ਇਸ ਸਾਰੀ ਚੀਜ਼ ਉੱਤੇ ਕਿਸ ਤਰ੍ਹਾਂ ਦਾ ਸੁਧਾਰ ਚਾਹੁੰਦੇ ਹੋ, ਇੱਕ ਨਵੀਂ ਡਿਸਕਸ਼ਨ ਚਾਹੁੰਦੇ ਹੋ, ਜਾਂ ਤੁਸੀਂ ਆਪਣੇ ਲੈਵਲ ਤੇ ਆਪਣੀ ਸੰਸਥਾਵਾਂ ਦੇ ਨਾਲ ਜੁੜ ਕੇ ਕੰਮ ਕਰਨਾ ਚਾਹੁੰਦੇ ਹੋ, ਇਸ ਸਾਰੇ ਦਾ ਵਿਚਾਰ ਕਰ ਤੁਹਾਨੂੰ ਬੇਨਤੀ ਕਰਾਂਗੇ ਪੂਰੇ ਦਰਸ਼ਕਾਂ ਨੂੰ ਕਿ ਸਾਡੇ ਸਾਹਮਣੇ ਜ਼ਰੂਰ ਰੱਖੋ। ਅਸੀਂ ਉਸ ਦੇ ਅਕੋਰਡਿੰਗਲੀ ਹੀ ਆਪਣੇ ਨੈਕਸਟ ਪ੍ਰੋਗਰਾਮ ਦੇ ਵਿੱਚ ਉਹਨਾਂ ਸਾਰੀਆਂ ਗੱਲਾਂ ਨੂੰ ਜ਼ਰੂਰ ਰੱਖਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਹੋਰ ਨਵੇਂ ਵਿਚਾਰ ਇਸ ਦੇ ਅਕੋਰਡਿੰਗਲੀ ਵੀ ਲੈ ਕੇ ਆਵਾਂਗੇ। ਤਦ ਤੱਕ ਲਈ ਅਸੀਂ ਤੁਹਾਡੇ ਜਵਾਬ ਦਾ ਔਰ ਤੁਹਾਡੇ ਜਿਹੜੇ ਪ੍ਰਤੀਕਰਮ ਨੇ ਉਹਦੀ ਅਸੀਂ ਉਡੀਕ ਕਰਦੇ ਰਵਾਂਗੇ। ਮੈਂ ਵੀਰ ਕੰਵਲਪਾਲ ਸਿੰਘ ਜੀ ਦਾ ਅੱਜ ਦੇ ਐਪੀਸੋਡ ਵਾਸਤੇ ਬਹੁਤ ਧੰਨਵਾਦ ਕਰਦਾ ਹਾਂ, ਔਰ ਉਮੀਦ ਹੈ ਨੈਕਸਟ ਟਾਈਮ ਵੀ ਤੁਸੀਂ ਸਾਡੇ ਨਾਲ ਮੌਜੂਦ ਹੋਗੇ, ਬਣੇ ਰਹੋਗੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਜੀ।